Sahota Show is brought to you by Mahindra Jewelers and Fibertech. ਪੂਰੀ ਦੁਨੀਆ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਭ ਦਾ ਇਸ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਇੱਕ ਨਵੇਂ ਅੰਦਾਜ਼ ਅਤੇ ਨਵੇਂ ਫਾਰਮੈਟ ਦੇ ਵਿੱਚ ਪ੍ਰੋਗਰਾਮ ਲੈ ਕੇ ਅੱਜ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਅਤੇ ਹਮੇਸ਼ਾ ਵਾਂਗ ਸਾਡੇ ਸਪਾਂਸਰ ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਗਹਿਣੇ ਦੀ ਮਸ਼ਹੂਰ ਦੁਕਾਨ ਮਹਿੰਦਰਾ ਜੂਲਰਸ, ਜਿੱਥੋਂ ਕਿ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਤੁਸੀਂ ਲੈ ਸਕਦੇ ਹੋ। ਇਸ ਵੇਲੇ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਚਲਾਈ ਹੋਈ ਹੈ ਕਿ 11 ਮਹੀਨੇ ਕੋਈ ਬੱਝਵੀਂ ਰਕਮ ਇਹਨਾਂ ਦੇ ਕੋਲ ਤੁਸੀਂ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ 19 ਕਿਸ਼ਤ ਕੋਲੋਂ ਦੇ ਕੇ ਤੁਹਾਨੂੰ ਕੋਈ ਗਹਿਣਾ ਦੇਣਗੇ। ਇਹਨਾਂ ਦਾ ਸ਼ੋਰੂਮ ਦੇਖਣ ਲਈ ਪਹੁੰਚੋ, ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ WhatsApp 'ਤੇ ਵੀਡੀਓ ਕਾਲ ਕਰਕੇ ਦੁਨੀਆ ਭਰ 'ਚੋਂ ਕਿਤੇੋਂ ਵੀ ਇਹਨਾਂ ਦੇ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 10 10। ਅਤੇ ਸਾਡੇ ਦੂਜੇ ਸਪਾਂਸਰ ਨੇ ਫਾਈਬਰਟੈਕ ਸਰੀ, ਵੈਨਕੂਵਰ, ਕੁਕਿਟਲਮ, 3 ਥਾਵਾਂ ਤੋਂ ਇਹ ਸੇਵਾਵਾਂ ਦੇ ਰਹੇ ਆ, ਪਰ ਪੂਰੀ BC ਵਿੱਚ ਸਮਾਨ ਡਿਲੀਵਰ ਕਰਦੇ ਆ। ਨਵਾਂ ਘਰ ਬਣਾ ਰਹੇ ਹੋ, ਟਾਊਨ ਹਾਊਸ ਜਾਂ ਕੋਂਡੋ ਪ੍ਰੋਜੈਕਟ ਸ਼ੁਰੂ ਕੀਤਾ ਤਾਂ ਅੱਜ ਹੀ ਪਧਾਰੋ ਫਾਈਬਰਟੈਕ 'ਤੇ। ਟੂਟੀਆਂ, ਟੱਬ, ਟੋਲਸ ਵਗੈਰਾ ਲੈਣ ਲਈ ਆਪਣੇ ਟੱਬ ਇਹ ਖੁਦ ਦੀ ਫੈਕਟਰੀ ਵਿੱਚ ਤਿਆਰ ਕਰਦੇ ਆ। ਆਲਾ ਬ੍ਰਾਂਡਸ, ਨਵੇਂ ਤੋਂ ਨਵੇਂ ਡਿਜ਼ਾਈਨ। ਅਤੇ ਐਡਰੈਸ ਹੈ 8247 130 ਸਟਰੀਟ ਸਰੀ। ਫੋਨ 604 507 2199। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਕੈਨੇਡਾ ਦੇ ਵਿੱਚ ਕਰੋਨਾ ਦਾ ਜਿਹੜਾ ਪਹਿਲਾ ਵੈਕਸੀਨ ਟੋਰਾਂਟੋ ਦੇ ਵਿੱਚ ਲਗਾਇਆ ਗਿਆ ਉਹਦੇ ਬਾਰੇ, ਅਤੇ ਇਸ ਦੇ ਨਾਲ ਹੀ ਕਿਸਾਨ ਸੰਘਰਸ਼ ਬਾਰੇ ਬਾਹਰਲੇ ਮੁਲਕਾਂ ਵਿੱਚ ਹੁਣ ਤੱਕ ਕੀ ਹੋ ਰਿਹਾ। ਵੀਕਐਂਡ ਲੰਘ ਕੇ ਗਿਆ, ਕੀ ਸਰਗਰਮੀਆਂ ਹੋਈਆਂ ਇਸ ਸੰਬੰਧੀ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਅਤੇ ਨਾਲ ਹੀ ਦੁਨੀਆ ਦਾ ਮਸ਼ਹੂਰ ਪਲੇਟਫਾਰਮ ਫੇਸਬੁੱਕ, ਉਹਦੇ ਉੱਤੇ ਹੁਣ ਕੀ ਦੋਸ਼ ਲੱਗ ਰਹੇ ਆ ਸਪੈਸ਼ਲੀ ਭਾਰਤ ਦੇ ਬਾਰੇ। ਅਤੇ ਨਾਲ ਹੀ ਅੰਬਾਨੀ ਦੀ ਕੰਪਨੀ ਜੀਓ, ਜਿਹੜੀ ਕਿ ਬਹੁਤ ਵੱਡੀ ਕੰਪਨੀ ਹੈ ਭਾਰਤ ਦੇ ਵਿੱਚ ਟੈਲੀਕਾਮ ਦੀ, ਉਹਨਾਂ ਦਾ ਕੀ ਹੁਣ ਦੋਸ਼ ਹੈ, ਉਹ ਕਿਉਂ ਭਾਰਤ ਦੇ ਟੈਲੀਕਾਮ ਰੈਗੂਲੇਟਰ ਦੇ ਕੋਲ ਗਏ ਆ, ਇਸ ਦੀ ਚਰਚਾ ਕਰਾਂਗੇ। ਅਤੇ ਨਾਲ ਹੀ ਚਰਚਾ ਹੋਵੇਗੀ ਕਿਸਾਨ ਆਗੂ ਸਰ ਬਲਵੀਰ ਸਿੰਘ ਰਾਜੇਵਾਲ ਉਹਨਾਂ ਦੇ ਬਿਆਨ ਦੀ ਅਤੇ ਉਸ ਤੋਂ ਬਾਅਦ ਮੰਗੀ ਗਈ ਮਾਫੀ ਦੀ। ਅਤੇ ਨਾਲ ਹੀ ਚਰਚਾ ਇਹ ਵੀ ਕਰਾਂਗੇ ਕਿ ਕਿਸਾਨ ਸੰਘਰਸ਼ ਜਿਹੜਾ ਆ ਉਹ ਹੁਣ ਅਗਾਂਹ ਕਿਸ ਮੋੜ ਦੇ ਉੱਤੇ ਜਾ ਰਿਹਾ, ਕਿੱਧਰ ਨੂੰ ਜਾਣਾ ਚਾਹੀਦਾ ਅਤੇ ਕੀ ਹੋ ਸਕਦਾ, ਕੀ ਸੰਭਾਵਨਾਵਾਂ ਨੇ। ਲੈ ਕੇ ਮੁੜਦੇ ਹਾਂ ਪ੍ਰੋਗਰਾਮ ਸਹੋਤਾ ਸ਼ੋਅ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਮੁੜ ਕੇ ਤੁਹਾਡਾ ਸਵਾਗਤ ਹੈ। ਅਤੇ ਜਿਵੇਂ ਆਪਾਂ ਗੱਲ ਕੀਤੀ ਸੀ ਪਹਿਲਾਂ ਕਿ ਕਰੋਨਾ ਜਿਹੜਾ ਆ ਉਹ 2020 ਦਾ ਸਭ ਤੋਂ ਵੱਡਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੂਰਾ ਸਾਲ ਹੀ ਲੰਘ ਗਿਆ, ਕਰੋਨਾ ਦੀ ਚਰਚਾ ਹੀ ਚੱਲਦੀ ਰਹੀ ਹੈ। ਲੋਕਾਂ ਦੇ ਕੰਮਕਾਰ ਵੀ ਪ੍ਰਭਾਵਿਤ ਹੋਏ ਆ, ਬਹੁਤ ਸਾਰੇ ਲੋਕਾਂ ਨੇ ਜਾਨਾਂ ਵੀ ਗਵਾਈਆਂ, ਬਹੁਤ ਸਾਰੇ ਲੋਕਾਂ ਦਾ ਤਜਰਬਾ ਰਿਹਾ ਕਰੋਨਾ ਦੇ ਕਰਕੇ। ਕਈ ਜਿਹੜੇ ਆ ਬਹੁਤ ਜਲਦ ਠੀਕ ਹੋ ਗਏ ਆ, ਕਈਆਂ ਨੂੰ ਬਹੁਤ ਦੁਸ਼ਵਾਰੀਆਂ ਵਿੱਚੋਂ ਲੰਘਣਾ ਪਿਆ। ਅਤੇ ਹੁਣ ਜਿਹੜੀ ਉਡੀਕ ਸੀਗੀ ਕਿ ਕਰੋਨਾ ਦਾ ਟੀਕਾ ਕਦੋਂ ਆਊਗਾ, ਉਹ ਜਿਹੜੀ ਆ ਉਡੀਕ ਹੌਲੀ ਹੌਲੀ ਖਤਮ ਹੋ ਰਹੀ ਹੈ। ਬਹੁਤ ਸਾਰੇ ਮੁਲਕਾਂ ਦੇ ਵਿੱਚ ਟੀਕੇ ਜਿਹੜੇ ਆ ਉਹ ਪਹੁੰਚ ਕੇ ਲੱਗਣੇ ਸ਼ੁਰੂ ਹੋ ਗਏ ਆ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਜਿਹੜੇ ਇਹ ਕਰੋਨਾ ਦੇ ਵੈਕਸੀਨ ਹੈਗੇ ਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਉੱਤੇ ਲਗਾਏ ਗਏ ਆ। ਅਤੇ ਨਾਲ ਹੀ ਕੈਨੇਡਾ ਦੇ ਵਿੱਚ ਵੀ ਜਿਹੜਾ ਫਾਈਜ਼ਰ ਬਾਇਓਟੈਕ ਦਾ ਜਿਹੜਾ ਵੈਕਸੀਨ ਆ ਉਹ ਮੰਗਾਇਆ ਗਿਆ। ਅਤੇ ਅੱਜ ਟੋਰਾਂਟੋ ਦੇ ਵਿੱਚ ਇੱਕ ਇਹਦੀ ਅਜ਼ਮਾਇਸ਼ ਜਿਹੜੀ ਆ ਉਹ ਕੀਤੀ ਗਈ ਆ। ਟੋਰਾਂਟੋ ਦੇ ਵਿੱਚ ਇਲਾਕੇ ਦੇ ਵਿੱਚ ਇੱਕ ਸਿਹਤ ਸੰਭਾਲ ਘਰ ਜਿਸ ਦੇ ਵਿੱਚ ਕੰਮ ਕਰ ਰਹੀ ਇੱਕ ਔਰਤ ਜਿਹੜੀ ਆ ਅਨੀਤਾ ਕੁਇੰਟਨ, ਉਹਨਾਂ ਦੇ ਇਹ ਜਿਹੜਾ ਇਹ ਟੀਕਾ ਲਾਇਆ ਗਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਇਹੋ ਜਿਹੇ ਹੋਰ ਬਹੁਤ ਸਹੀ ਲੋਕਾਂ ਦੇ ਲਾਇਆ ਜਾਣਾ ਜੋ ਕਿ ਫਰੰਟ ਲਾਈਨ ਵਰਕਰ ਨੇ, ਮਤਲਬ ਕਿ ਉਹ ਹਸਪਤਾਲਾਂ ਦੇ ਵਿੱਚ ਜਾਂ ਜਿਹੜੇ ਕੇਅਰ ਹੋਮਸ ਨੇ ਉਹਨਾਂ ਵਿੱਚ ਕੰਮ ਕਰਦੇ ਆ, ਜਿੱਥੇ ਕਿ ਉਹਨਾਂ ਦਾ ਵਾਹ ਉਹਨਾਂ ਲੋਕਾਂ ਦੇ ਨਾਲ ਪੈਂਦਾ ਜਿਨ੍ਹਾਂ ਨੂੰ ਕਰੋਨਾ ਜ਼ਿਆਦਾ ਛੇਤੀ ਹੋ ਸਕਦਾ ਆ। ਸੋ ਇਸ ਦੇ ਨਾਲ ਹੀ ਜਿਹੜਾ ਆ ਕੈਨੇਡਾ ਵੱਲੋਂ ਮੰਗਾਈਆਂ ਗਈਆਂ 2.5 ਲੱਖ ਡੋਜ਼ਸ ਜਿਹੜੀਆਂ ਵੈਕਸੀਨ ਆ ਉਹ ਵੰਡਣੀਆਂ ਸ਼ੁਰੂ ਹੋ ਗਈਆਂ। ਨਾਲ ਦੀ ਨਾਲ ਹੋਰ ਜਿਹੜੇ ਵੈਕਸੀਨ ਉਹ ਵੀ ਆਉਂਦੇ ਰਹਿਣਗੇ। ਅਤੇ ਫਿਰ ਇਹ ਕੋਸ਼ਿਸ਼ ਹੋਊਗੀ ਕਿ ਬਹੁਤ ਗਿਣਤੀ ਲੋਕ ਜਿਹੜੇ ਆ ਦੁਨੀਆ ਦੇ ਉਹਨਾਂ ਦੇ ਇਹ ਵੈਕਸੀਨ ਜਿਹੜਾ ਉਹ ਲਾਇਆ ਜਾਵੇ। ਜਿਸ ਪਾਸੇ ਪਹਿਲਾਂ ਇੱਕ ਪਾਸੇ ਤਾਂ ਇਹ ਉਡੀਕਾਂ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਕਰੋਨਾ ਵੈਕਸੀਨ ਜਲਦੀ ਆਵੇ, ਲੋਕਾਂ ਦਾ ਬਚਾਅ ਹੋਵੇ, ਪਰ ਜਦੋਂ ਹੁਣ ਇਹ ਆ ਚੁੱਕਾ ਆ ਤਾਂ ਬਹੁਤ ਸਾਰੇ ਲੋਕ ਇਹ ਵੀ ਡਰ ਰਹੇ ਆ ਕਿ ਇਹ ਵੈਕਸੀਨ ਕਿਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਕਰੂਗਾ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਜਾਂ ਡਰ ਹੈ ਕਿ ਜਿਵੇਂ ਵੀ ਕੋਈ ਨਵੀਂ ਚੀਜ਼ ਆਉਂਦੀ ਹੈ, ਚਾਹੇ ਫੋਨ ਦਾ ਸੋਫਟਵੇਅਰ ਹੀ ਹੋਵੇ, ਉਹ ਪਹਿਲੀ ਵਾਰੀ ਜਿਹੜਾ ਆਉਂਦਾ ਉਹ ਪੂਰਾ ਦਰੁਸਤ ਨਹੀਂ ਹੁੰਦਾ, ਬਾਅਦ ਵਿੱਚ ਤਰਮੀਮਾਂ ਕੀਤੀਆਂ ਜਾਂਦੀਆਂ ਵੀ ਕਿਤੇ ਉਹੀ ਗੱਲ ਟੀਕੇ ਨਾ ਹੋਵੇ ਕਿ ਜਿਹੜਾ ਪਹਿਲਾ ਟੀਕਾ ਆਇਆ ਹੋਇਆ ਉਹਦੇ ਵਿੱਚ ਕੁਝ ਖਾਮੀਆਂ ਹੋਣ ਅਤੇ ਜਿਹੜੇ ਲੋਕ ਲਵਾ ਲੈਣ ਉਹ ਸਾਈਡ ਇਫੈਕਟਸ ਦੇ ਵਿੱਚ ਨਾ ਚਲੇ ਜਾਣ। ਇਸ ਕਰਕੇ ਇੱਕ ਡਰ ਜਿਹੜਾ ਉਹ ਵੀ ਬਣਿਆ ਹੋਇਆ, ਪਰ ਫਿਰ ਵੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਉਹ ਇਹ ਵੈਕਸੀਨ ਲਵਾਉਣ ਦੇ ਇੱਛੁਕ ਨੇ ਅਤੇ ਲਵਾ ਰਹੇ ਆ। ਪੂਰੀ ਦੁਨੀਆ ਦੇ ਸਿਹਤ ਅਧਿਕਾਰੀਆਂ ਦਾ ਇਹੀ ਕਹਿਣਾ ਆ
ਕਿ ਬੇਸ਼ੱਕ ਵੈਕਸੀਨ ਜਿਹੜਾ ਇਹ ਆ ਗਿਆ ਆ, ਪਰ ਇਹਨੂੰ ਸਾਰੀ ਦੁਨੀਆ 'ਚ ਲੱਗਦਿਆਂ ਹਜੇ 6 ਮਹੀਨੇ ਤੋਂ ਸਾਲ ਦਾ ਸਮਾਂ ਲੱਗ ਜਾਣਾ। ਇਸ ਕਰਕੇ ਉਹਨਾਂ ਚਿਰ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗਾ ਹੋਇਆ ਉਹ ਸਾਵਧਾਨੀਆਂ ਜ਼ਰੂਰ ਵਰਤਣ, ਚਾਹੇ ਉਹ ਆਪਸੀ ਦੂਰੀ ਦੀ ਆ, ਹੱਥ ਸਾਫ਼ ਕਰਨ ਦੀ ਆ, ਸਾਫ਼ ਸਫਾਈ ਦੀ ਆ, ਉਸ ਦੀ ਪਾਲਣਾ ਜਿਹੜੀ ਆ ਉਹ ਹਰ ਹਾਲ ਜ਼ਰੂਰ ਕੀਤੀ ਜਾਵੇ। ਅਤੇ ਦੋਸਤੋ ਆਪਾਂ ਨਾਲ ਹੀ ਗੱਲ ਕਰਦੇ ਹਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਸਾਨ ਸੰਘਰਸ਼ ਦੀ। ਕਿਸਾਨ ਸੰਘਰਸ਼ ਜਿਹੜਾ ਆ ਉਹ ਤੁਹਾਨੂੰ ਪਤਾ ਕਿ ਦਿੱਲੀ ਦੇ ਵਿੱਚ ਪੂਰੀ ਚਰਮ ਸੀਮਾ ਦੇ ਉੱਤੇ ਆ। ਪੰਜਾਬ ਦੇ ਵਿੱਚ ਜਿਹੜਾ 14 ਦਸੰਬਰ ਦੀ ਕਾਲ ਸੀਗੀ ਉਸ ਦੇ ਦੌਰਾਨ ਅੱਡ ਅੱਡ ਜਿਹੜੇ ਆ ਉਹ DC ਦਫ਼ਤਰ ਜਾਂ ਸਰਕਾਰੀ ਅਧਿਕਾਰੀਆਂ ਦੇ ਜਿਹੜੇ ਅਫਸਰਾਂ ਦੇ ਦਫ਼ਤਰ ਸੀਗੇ ਉਹ ਜਿਹੜੇ ਆ ਜੀ ਘੇਰੇ ਗਏ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਗੱਲ ਚੱਲ ਰਹੀ ਹੈ ਕਿ ਬਾਹਰਲੇ ਮੁਲਕਾਂ ਵਿੱਚ ਇਸ ਸੰਬੰਧੀ ਕੀ ਹੋਇਆ। ਬਾਹਰਲੇ ਮੁਲਕਾਂ ਦੇ ਵਿੱਚ ਵੀ ਰੋਸ ਜਿਹੜਾ ਆ ਜਿਉਂ ਦਾ ਤਿਉਂ ਆ, ਜਿੱਥੇ ਪ੍ਰਵਾਸੀ ਪੰਜਾਬੀ ਹਰ ਤਰ੍ਹਾਂ ਮਾਇਕ ਤੌਰ ਦੇ ਉੱਤੇ ਅਤੇ ਹੌਸਲਾ ਅਫਜ਼ਾਈ ਦੇ ਤੌਰ ਦੇ ਉੱਤੇ ਬਾਹਾਂ ਫੜ ਰਹੇ ਆ। ਉਸ ਦੇ ਨਾਲ ਦੀ ਨਾਲ ਜਿਹੜਾ ਹੈਗਾ ਆ ਰੋਸ ਪ੍ਰਦਰਸ਼ਨ ਵੀ ਜਾਰੀ ਨੇ, ਚਾਹੇ ਆਪਾਂ ਕੈਨੇਡਾ ਅਮਰੀਕਾ ਦੀ ਗੱਲ ਕਰ ਲਈਏ ਅਤੇ ਚਾਹੇ ਆਪਾਂ ਗੱਲ ਕਰੀਏ ਦੁਨੀਆ ਦੇ ਹੋਰ ਮੁਲਕਾਂ ਦੀ। ਇਸ ਵੀਕਐਂਡ ਦੇ ਉੱਤੇ ਵੀ ਅੱਡ ਅੱਡ ਤਰੀਕਿਆਂ ਦੇ ਨਾਲ ਕਾਰ ਰੈਲੀਆਂ, ਇਸ ਦੇ ਨਾਲ ਇੰਟਰਸੈਕਸ਼ਨਸ ਲਾਈਟਾਂ ਦੇ ਉੱਤੇ ਖੜ੍ਹ ਕੇ ਰੋਸ ਪ੍ਰਦਰਸ਼ਨ ਜਿਹੜੇ ਆ ਉਹ ਜਾਰੀ ਰਹੇ ਆ। ਬਹੁਤ ਸਾਰੇ ਲੋਕਾਂ ਨੇ ਅੱਡ ਅੱਡ ਤਰੀਕੇ ਅਪਣਾਏ ਆ। ਸਰੀ ਦੇ ਵਿੱਚ ਇੱਕ ਪੈਦਲ ਮਾਰਚ ਜਿਹੜਾ ਕੱਢਿਆ ਗਿਆ ਵੀਕਐਂਡ ਦੇ ਉੱਤੇ, ਜਿਹੜਾ ਕਿ ਸਰੀ ਦੇ ਹਾਲੈਂਡ ਪਾਰਕ ਤੋਂ ਚੱਲ ਕੇ ਗਿਲਫੋਰਡ ਮਾਲ ਦਾ ਜਿਹੜਾ ਉਹਦਾ ਘੇਰਾ ਬਗਲ ਕੇ ਦੁਬਾਰਾ ਵਾਪਸ ਹਾਲੈਂਡ ਪਾਰਕ ਆਇਆ। ਇਸ ਮਾਰਚ ਦੇ ਦਰਮਿਆਨ ਜਿਹੜੀ ਬਹੁਤ ਵੱਡੀ ਜਾਣਕਾਰੀ ਜਿਹੜੀ ਆ ਉਹ ਸ਼ਹਿਰ ਵਾਸੀਆਂ ਨੂੰ ਦਿੱਤੀ ਗਈ ਆ। ਇਹੋ ਜਿਹੇ ਮਾਰਚ ਜਿਹੜੇ ਆ ਕੈਨੇਡਾ ਅਮਰੀਕਾ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਉਹ ਲੀਕੇ ਗਏ ਆ। ਇਸੇ ਤਰ੍ਹਾਂ ਵੈਨਕੂਵਰ ਦੇ ਵਿੱਚ ਗ੍ਰੋਸ ਮਾਊਂਟਨ ਜਿਹੜਾ ਕਿ ਬਹੁਤ ਵੱਡਾ ਸੈਲਾਨੀ ਕੇਂਦਰ ਆ, ਟੂਰਿਸਟ ਅਟਰੈਕਸ਼ਨ ਆ, ਪੂਰੀ ਦੁਨੀਆ ਤੋਂ ਲੋਕ ਸਕੀ ਕਰਨ ਦੇ ਵਾਸਤੇ ਇੱਥੇ ਪਧਾਰਦੇ ਆ। ਅਤੇ ਉੱਥੇ ਕੁਝ ਪੰਜਾਬੀਆਂ ਨੇ ਇੱਕ ਨਿਵੇਕਲੇ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਤਾਂ ਕਿ ਜਿਹੜੀ ਇਸ ਕਿਸਾਨ ਸੰਘਰਸ਼ ਦੀ ਗੱਲ ਆ ਉਹ ਦੁਨੀਆ ਪੱਧਰ ਦੇ ਉੱਤੇ ਫੈਲ ਸਕੇ। ਅਤੇ ਆਓ ਤੁਹਾਨੂੰ ਗ੍ਰੋਸ ਮਾਊਂਟਨ ਦੇ ਉੱਤੇ ਹੋ ਰਿਹਾ ਇਸ ਪ੍ਰਦਰਸ਼ਨ ਵੱਲ ਲੈ ਕੇ ਚੱਲਦੇ ਹਾਂ। Thank you for telling me about this, and I hope that this raises the whole world's awareness of what is happening to these small farmers in India. Thank you so much. Yes, definitely support it. Yeah, support what you guys are doing, support your protest, support your hike. And this is an awesome way to protest. This is a great way to good. protest. Doesn't This is disturb anybody. It's awesome. Yeah. Thank you so I much. like what- ਸੋ ਇਹ ਸੀ ਗ੍ਰੋਸ ਮਾਊਂਟਨ ਜਿਹੜੀ ਕਿ ਇੱਕ ਸੰਸਾਰ ਪ੍ਰਸਿੱਧ ਟੂਰਿਸਟ ਅਟਰੈਕਸ਼ਨ ਹੈਗੀ ਹੈ ਵੈਨਕੂਵਰ ਦੇ ਵਿੱਚ, ਉੱਥੇ ਹੋਏ ਨਜ਼ਾਰੇ ਦੀ ਝਲਕ। ਇਸੇ ਤਰ੍ਹਾਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਲੋਕਾਂ ਨੇ ਬਹੁਤ ਵੱਡੇ ਨਜ਼ਾਰੇ ਜਿਹੜੇ ਆ ਕੀਤੇ ਆ। ਆਸਟ੍ਰੇਲੀਆ ਦੇ ਵਿੱਚ ਅਡਾਨੀ ਜਿਹੜਾ ਕਿ ਬਹੁਤ ਵੱਡੇ ਭਾਰਤ ਦੇ ਸਨਅਤਕਾਰ ਨੇ, ਜਿਨ੍ਹਾਂ ਦੇ ਉੱਤੇ ਦੋਸ਼ ਲੱਗਦਾ ਕਿ ਅਡਾਨੀ, ਅੰਬਾਨੀ ਅਤੇ ਹੋਰ ਉਹੋ ਜਿਹੀਆਂ ਕਾਰਪੋਰੇਸ਼ਨਾਂ ਨੂੰ ਫਾਇਦਾ ਪਹੁੰਚਾਉਣ ਲਈ ਇਹ ਖੇਤੀ ਬਿੱਲ ਜਿਹੜੇ ਆ ਲਾਗੂ ਕੀਤੇ ਗਏ ਆ। ਉਹਨਾਂ ਸੰਬੰਧੀ ਵੀ ਇੱਕ ਵੱਡੀ ਮੁਹਿੰਮ ਸਟਾਪ ਅਡਾਨੀ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ ਲਾਈ ਗਈ ਆ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਅਡਾਨੀ ਵੱਲੋਂ ਜਿਹੜੀਆਂ ਖਾਣਾਂ ਖਰੀਦੀਆਂ ਗਈਆਂ ਆ ਉਹਨਾਂ ਦੇ ਉੱਤੇ ਪਹਿਲੇ ਉੱਥੋਂ ਦਾ ਜਿਹੜਾ ਗੋਰਾ ਭਾਈਚਾਰਾ, ਮੇਨ ਸਟ੍ਰੀਮ ਭਾਈਚਾਰਾ ਵਿਰੋਧ ਕਰ ਰਿਹਾ। ਸੋ ਪੰਜਾਬੀ ਵੀ ਉਹਦੇ ਨਾਲ ਜੁੜ ਗਏ ਆ। ਇਸ ਤਰ੍ਹਾਂ ਯੂਰਪ ਦੇ ਵਿੱਚ ਵੀ, ਚਾਹੇ ਜਰਮਨੀ ਦੀ ਗੱਲ ਆ, ਚਾਹੇ ਇੰਗਲੈਂਡ ਦੀ ਗੱਲ ਆ, ਉੱਥੋਂ ਵੀ ਕਾਫੀ ਜਿਹੜੇ ਮੁਜ਼ਾਹਰਾ ਹੋਣ ਦੀਆਂ ਖਬਰਾਂ ਆ ਰਹੀਆਂ। ਆਸਟ੍ਰੇਲੀਆ ਦਾ ਸ਼ਹਿਰ ਵਿਆਨਾ, ਉੱਥੇ ਵੀ ਇੱਕ ਜਿਹੜੀ ਕਾਰ ਰੈਲੀ ਬਹੁਤ ਸਫਲ ਹੋਈ ਆ। ਉਸ ਕਾਰ ਰੈਲੀ ਦੀ ਝਲਕ ਤੁਹਾਨੂੰ ਆਓ ਇੱਕ ਦਿਖਾਉਂਦੇ ਹਾਂ ਜੀ।
ਇਹ ਸੀ ਆਸਟ੍ਰੇਲੀਆ ਦੇ ਸ਼ਹਿਰ ਵਿਆਨਾ ਵਿੱਚ ਕੱਢੀ ਗਈ ਕਾਰ ਰੈਲੀ ਜਿਸ ਨੇ ਕਿ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ, ਉਸ ਦੀ ਇੱਕ ਝਲਕ। ਤੇ ਹੁਣ ਆਪਾਂ ਵੱਧਦੇ ਹਾਂ ਇੱਕ ਹੋਰ ਖਬਰ ਜਿਹੜੀ ਕਿ ਫੇਸਬੁੱਕ ਸੰਬੰਧੀ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਫੇਸਬੁੱਕ ਇੱਕ ਬਹੁਤ ਵੱਡਾ ਸੋਸ਼ਲ ਪਲੇਟਫਾਰਮ ਆ ਜਿਹਦੇ ਉੱਤੇ ਕਰੋੜਾਂ ਲੋਕ ਜਿਹੜੇ ਆ ਉਹ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਰਹਿੰਦੇ ਆ। ਪਰ ਬੀਤੇ ਕੁਝ ਅਰਸੇ ਤੋਂ ਫੇਸਬੁੱਕ ਦੇ ਉੱਤੇ ਦੋਸ਼ ਲੱਗਦੇ ਆ ਰਹੇ ਆ ਕਿ ਉਹ ਜਿਹੜੀਆਂ ਹਿੰਦੂ ਕੱਟੜਪੰਥੀ ਜਥੇਬੰਦੀਆਂ ਆ ਉਹਨਾਂ ਦੇ ਪ੍ਰਤੀ ਬਹੁਤ ਨਰਮਾਈ ਵਰਤ ਰਿਹਾ ਆ। ਇਸ ਦੇ ਸੰਬੰਧੀ ਤੁਹਾਨੂੰ ਯਾਦ ਹੋਣਾ ਕਿ ਬੀਤੇ ਵਿੱਚ ਫੇਸਬੁੱਕ ਦੀ ਭਾਰਤ ਦੇ ਵਿੱਚ ਕਰਤਾ ਧਰਤਾ ਅਣਖੀ ਦਾਸ ਉਹਨੂੰ ਅਹੁਦਾ ਛੱਡਣਾ ਪਿਆ ਸੀਗਾ। ਉਸ ਦੇ ਥਾਂ ਇੱਕ ਹੋਰ ਵਿਅਕਤੀ ਜਿਹੜੇ ਆ ਲਾਏ ਗਏ ਆ। ਪਰ ਫਿਰ ਵੀ ਫੇਸਬੁੱਕ ਦੇ ਵਿੱਚ ਬਹੁਤ ਕੁਝ ਅਜਿਹਾ ਹੋ ਰਿਹਾ ਜਿਹੜਾ ਕਿ ਸ਼ੱਕ ਪੈਦਾ ਕਰ ਰਿਹਾ। ਹਾਲੀਆ ਦੇ ਵਿੱਚ ਇੱਕ ਵਾਲ ਸਟਰੀਟ ਜਰਨਲ ਦੇ ਵਿੱਚ ਇੱਕ ਰਿਪੋਰਟ ਛਪੀ ਹੈ, ਅਮਰੀਕਾ ਦਾ ਇਹ ਬਹੁਤ ਨਾਮਵਰ ਅਖਬਾਰ ਹੈ, ਕਿ ਫੇਸਬੁੱਕ ਦੇ ਅੰਦਰ ਜਿਹੜੇ ਕੰਮ ਕਰਨ ਵਾਲੇ ਕਰਮਚਾਰੀ ਆ ਉਹ ਆਪਸ ਵਿੱਚ ਗੱਲਾਂ ਕਰ ਰਹੇ ਆ, ਆਪਸ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਰਹੇ ਆ ਕਿ ਭਾਰਤ ਦੇ ਵਿੱਚ ਕੁਝ ਹਿੰਦੂ ਕੱਟੜਪੰਥੀਆਂ ਦੇ ਪ੍ਰਤੀ ਬੇਹੱਦ ਨਰਮਾਈ ਵਰਤੀ ਜਾ ਰਹੀ ਹੈ, ਜਿਨ੍ਹਾਂ ਦੇ ਵਿੱਚ ਬਜਰੰਗ ਦਲ ਇੱਕ ਪ੍ਰਮੁੱਖ ਹੈ। ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਰਿਪੋਰਟ ਦੇ ਵਿੱਚ ਕਿ ਕਿਵੇਂ ਬਜਰੰਗ ਦਲ ਵਾਲੇ ਗੁੰਮਰਾਹਕੁੰਨ, ਭੜਕਾਊ ਅਤੇ ਨਫ਼ਰਤੀ ਜਿਹੜੀਆਂ ਵੀਡੀਓਜ਼ ਅਤੇ ਹੋਰ ਜਿਹੜੀ ਸਮੱਗਰੀ ਆ ਫੇਸਬੁੱਕ ਦੇ ਉੱਤੇ ਪਾਉਂਦੇ ਆ, ਪਰ ਫੇਸਬੁੱਕ ਜਿਹੜੀ ਆ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਨਹੀਂ ਕਰਦੀ। ਜਦੋਂ ਕਿ ਅਕਸਰ ਬਹੁਤ ਸਾਰੇ ਹੋਰ ਲੋਕ ਜਿਹੜੇ ਕੰਪਲੇਂਟ ਕਰਦੇ ਰਹਿੰਦੇ ਆ ਕਿ ਉਹਨਾਂ ਦਾ ਜਿਹੜਾ ਅਕਾਊਂਟ ਹੈ ਬਿਨਾਂ ਗੱਲੋਂ ਹੀ ਬਲੌਕ ਕਰ ਦਿੱਤਾ ਗਿਆ, ਕਿਤੇ ਕਮੈਂਟ ਕਰਨ ਕਰਕੇ ਜਾਂ ਲਾਈਕ ਕਰਨ ਕਰਕੇ। ਸੋ ਇਹੋ ਜਿਹੀਆਂ ਚਰਚਾਵਾਂ ਦੇ ਵਿੱਚ ਫੇਸਬੁੱਕ ਪਹਿਲਾਂ ਵੀ ਘਿਰੀ ਰਹੀ ਹੈ ਅਤੇ ਹੁਣ ਦੁਬਾਰਾ ਫੇਸਬੁੱਕ ਦੇ ਉੱਤੇ ਜਿਹੜੀ ਵਾਲ ਸਟਰੀਟ ਜਰਨਲ ਦੀ ਰਿਪੋਰਟ ਆ ਉਹਨੇ ਵੱਡੇ ਦੋਸ਼ ਜਿਹੜੇ ਆ ਇਹ ਲਾਏ ਆ। ਬੇਸ਼ੱਕ ਫੇਸਬੁੱਕ ਦੇ ਜਿਹੜੇ ਅਧਿਕਾਰੀ ਆ ਉਹਨਾਂ ਦਾ ਕਹਿਣਾ ਕਿ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਸਾਰਿਆਂ ਨੂੰ ਇੱਕ ਅੱਖ ਦੇ ਨਾਲ ਦੇਖਦੇ ਹਾਂ, ਪਰ ਫਿਰ ਵੀ ਸਬੂਤ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਕਿ ਕਿਵੇਂ ਫੇਸਬੁੱਕ ਨੇ ਭਾਰਤੀ ਜਿਹੜੇ ਹਿੰਦੂ ਕੱਟੜਪੰਥੀ ਆ ਉਹਨਾਂ ਨੂੰ ਸੇਫ ਲਾਂਘਾ ਦਿੱਤਾ ਹੋਇਆ ਆ। ਉਹ ਨਫ਼ਰਤੀ ਵੀਡੀਓਜ਼ ਪਾਉਂਦੇ ਆ, ਲੋਕਾਂ ਨੂੰ ਧਮਕਾਉਂਦੇ ਆ, ਇਹੋ ਜਿਹੀਆਂ ਗੱਲਾਂ ਕਰਦੇ ਆ ਜਿਨ੍ਹਾਂ ਦੇ ਨਾਲ ਮਾਹੌਲ ਖਰਾਬ ਹੁੰਦਾ, ਪਰ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾ ਰਿਹਾ। ਹਾਲ ਹੀ ਦੇ ਵਿੱਚ ਇੱਕ ਦਿੱਲੀ ਦੰਗਈਆਂ ਦੀ ਜਿਹੜੀ ਮਾਸਟਰਮਾਈਂਡ ਸਮਝੀ ਜਾਂਦੀ ਔਰਤ ਰਾਗਨੀ ਤਿਵਾੜੀ ਦੀ ਵੀਡੀਓ ਫੇਸਬੁੱਕ ਦੇ ਉੱਤੇ ਘੁੰਮ ਰਹੀ ਹੈ, ਜਿਹਦੇ ਵਿੱਚ ਕਿ ਉਹ ਕਿਸਾਨ ਮੋਰਚੇ ਬਾਰੇ ਵੀ ਗੱਲਾਂ ਕਰ ਰਹੀ ਆ, ਧਮਕੀਆਂ ਵੀ ਦੇ ਰਹੀ ਆ, ਨਫ਼ਰਤ ਵੀ ਫੈਲਾ ਰਹੀ ਆ। ਪਰ ਇਹ ਵੀਡੀਓ ਫੇਸਬੁੱਕ ਦੇ ਉੱਤੇ ਧੜਾਧੜ ਚੱਲ ਰਹੀ ਆ, ਇਸ ਨੂੰ ਹਟਾਇਆ ਨਹੀਂ ਗਿਆ। ਇਹ ਵੀਡੀਓ ਦੇ ਵਿੱਚ ਔਰਤ ਕਹਿੰਦੀ ਕੀ ਹੈ, ਲਓ ਤੁਸੀਂ ਖੁਦ ਹੀ ਸੁਣੋ। ਆਓ ਤੁਹਾਨੂੰ ਇਸ ਵੀਡੀਓ ਦੀ ਇੱਕ ਝਲਕ ਦਿਖਾਉਂਦੇ ਹਾਂ। राम में जनक की धरती की बेटी रागनी तिवारी, लोग मुझे जानकी बहन कहते हैं। किसान आंदोलन दिल्ली में जो हो रहा है और किसान आंदोलन के आड़ में सरजील इमाम और उमर खालिद जैसे देशद्रोहियों गद्दारों की रिहाई की जो साजिश चल रही है और गद्दारों का जो साथ दिया जा रहा है किसान आंदोलन में, हम गांधी के बंदर नहीं बन सकते, आंख बंद करके नहीं देख सकते ऐसे साजिश को। सरकार, मुझे नहीं मतलब है केंद्र सरकार और राज्य सरकार से। अभी छठ पूजा में कोरोना हो रही थी, छठ पूजा हमारी रोक दी गई और किसान आंदोलन में कोरोना नहीं हो रही है। मैं गांधी की बंदर महिला नहीं हूं। 16 तारीख तक सरकार अगर किसान आंदोलन से को हटाती नहीं है और किसान आंदोलन से निपटती नहीं है तो 17 को फिर जाफराबाद बनेगा और रागनी तिवारी फिर रोड खाली कराएगी और आंदोलन बंद कराएगी। इसकी पूरी जिम्मेदारी केंद्र सरकार और राज्य सरकार की होगी। इसमें हम बंदर बन के नहीं देख सकते। ਸੋ ਇਹ ਸੀ ਬੀਬੀ ਰਾਗਨੀ ਤਿਵਾੜੀ ਦੀ ਉਹ ਭੜਕਾਊ ਤਕਰੀਰ ਜਿਹੜੀ ਕਿ ਫੇਸਬੁੱਕ ਦੇ ਉੱਤੇ ਪ੍ਰਚਲਿਤ ਹੈ। ਅਤੇ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਭੜਕਾਊ ਜਿਹੜੀਆਂ ਸਮੱਗਰੀ ਉਹ ਪਈ ਹੋਈ ਹੈ, ਪਰ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਬਹੁਤ ਲੋਕਾਂ ਵੱਲੋਂ। ਫਿਰ ਵੀ ਫੇਸਬੁੱਕ ਨੇ ਨਰਮਾਈ ਵਰਤੀ ਹੋਈ ਹੈ, ਇਸ ਕਰਕੇ ਫੇਸਬੁੱਕ ਦੀ ਨਿਰਪੱਖਤਾ ਦੇ ਉੱਤੇ ਵੱਡੇ ਸਵਾਲ ਜਿਹੜੇ ਆ ਉਹ ਪੈਦਾ ਹੋ ਰਹੇ ਆ। ਜਦੋਂ ਤੋਂ ਭਾਰਤੀ ਕਾਰਪੋਰੇਸ਼ਨਾਂ ਨੇ ਫੇਸਬੁੱਕ ਦੇ ਵਿੱਚ ਵੱਡੀ ਪੱਧਰ 'ਤੇ ਇਨਵੈਸਟ ਕੀਤਾ, ਉਦੋਂ ਤੋਂ ਇਹ ਸ਼ੱਕ ਦਾ ਦਾਇਰਾ ਜਿਹੜਾ ਹੋਰ ਵੀ ਵੱਧਦਾ ਪ੍ਰਤੀਤ ਹੋ ਰਿਹਾ। ਅਗਲੀ ਖਬਰ ਦੇ ਵਿੱਚ ਅਸੀਂ ਕਰਾਂਗੇ ਗੱਲ ਕਿ ਜਿਵੇਂ ਕਿ ਕਿਸਾਨ ਮੋਰਚੇ ਵੱਲੋਂ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਦੇ ਕਰਕੇ ਖੇਤੀ ਬਿੱਲ ਲਿਆਂਦੇ ਗਏ ਆ, ਜਿਨ੍ਹਾਂ ਨੂੰ ਫਾਇਦਾ ਦਿਵਾਉਣ ਦੇ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਤੱਕ ਦੀ ਗੱਲ ਚਲੀ ਗਈ ਹੈ, ਉਹਨਾਂ ਦਾ ਗਲਾ ਕੱਟਣ ਦੀ ਗੱਲ ਹੋ ਰਹੀ ਹੈ। ਸੋ ਅੰਬਾਨੀ ਦੀ ਕੰਪਨੀ ਜੀਓ ਨੈਟਵਰਕ ਜਿਹੜੀ ਕਿ ਭਾਰਤ ਦੇ ਵਿੱਚ ਬਹੁਤ ਵੱਡੀ ਕੰਪਨੀ ਹੈ, ਟੈਲੀਕਾਮ ਅਦਾਰਾ ਆ, ਮੋਬਾਈਲ ਫੋਨ ਵਗੈਰਾ ਅਤੇ ਹੋਰ ਡਾਟਾ ਜਿਹੜਾ ਇਹਨਾਂ ਵੱਲੋਂ ਦਿੱਤਾ ਜਾਂਦਾ। ਅਤੇ ਹੁਣ ਇਸ ਕੰਪਨੀ ਦੇ ਨਾਲ ਜੁੜੇ ਜਿਹੜੇ ਲੋਕ ਹੈ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਆਪਣੇ ਫੋਨ ਕਟਵਾਉਣ ਲੱਗੇ ਆ, ਆਪਣੇ ਸਿਮ ਤਬਦੀਲ ਕਰਕੇ ਉਹ ਹੋਰਨਾਂ ਕੰਪਨੀਆਂ ਵੱਲ ਜਾ ਰਹੇ ਆ, ਜਿਸ ਕਰਕੇ ਮੁਕੇਸ਼ ਅੰਬਾਨੀ ਜਿਹੜੇ ਕਿ ਇਸ ਕੰਪਨੀ ਦੇ ਮੁਖੀ ਨੇ, ਉਹਨਾਂ ਨੇ ਭਾਰਤ ਦੇ ਟੈਲੀਕਾਮ ਰੈਗੂਲੇਟਰ ਨੂੰ ਇੱਕ ਚਿੱਠੀ ਲਿਖੀ ਆ। ਉਹਦੇ ਵਿੱਚ ਉਹਨਾਂ ਨੇ ਸਿੱਧੀ ਗੱਲ ਇਹ ਨਹੀਂ ਕੀਤੀ ਕਿ ਜਿਹੜੇ ਕਿਸਾਨ ਸੰਘਰਸ਼ ਦੇ ਕਰਕੇ ਜਿਹੜਾ ਸੱਦਾ ਦਿੱਤਾ ਗਿਆ
ਉਹਦੇ ਕਰਕੇ ਇਹ ਲੱਖਾਂ ਲੋਕਾਂ ਨੇ ਜੀਓ ਦੇ ਸਿਮ ਜਿਹੜੇ ਆ ਬੰਦ ਕਰਵਾਏ ਆ। ਬਲਕਿ ਉਲਟਾ ਜਿਹੜਾ ਆ ਆਪਣੀਆਂ ਵਿਰੋਧੀ ਕੰਪਨੀਆਂ ਏਅਰਟੈਲ ਅਤੇ ਵੋਡਾਫੋਨ ਦੇ ਉੱਤੇ ਦੋਸ਼ ਲਾਇਆ ਕਿ ਇਹ ਜੋ ਅਫਵਾਹਾਂ ਚੱਲ ਰਹੀਆਂ ਮਾਰਕੀਟ ਦੇ ਵਿੱਚ ਉਹਨਾਂ ਨੂੰ ਫੈਲਾ ਕੇ ਸਾਡਾ ਬਿਜ਼ਨਸ ਖੋਹ ਰਹੇ ਆ, ਇਹਨਾਂ ਦੇ ਉੱਤੇ ਕੰਟਰੋਲ ਕੀਤਾ ਜਾਵੇ। ਸੋ ਮਤਲਬ ਕੀ ਹੈ ਕਿ ਟੈਲੀਕਾਮ ਰੈਗੂਲੇਟਰ ਦੇ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਕਿ ਉਹ ਪਾਬੰਦੀ ਲਾ ਦੇਵੇ ਕਿ ਇਸ ਤਰ੍ਹਾਂ ਕੋਈ ਸਵਿੱਚ ਜਿਹੜਾ ਆ ਨਹੀਂ ਕਰ ਸਕਦਾ। ਪਰ ਕਿਸਾਨਾਂ ਦੇ ਸੱਦੇ ਦੇ ਉੱਤੇ ਲੱਖਾਂ ਲੋਕਾਂ ਨੇ ਜੀਓ ਦੇ ਪ੍ਰੋਡਕਟ ਜਿਹੜੇ ਉਹਨਾਂ ਦਾ ਬਾਈਕਾਟ ਕੀਤਾ। ਅਗਾਂਹ ਵੀ ਇਹੋ ਜਿਹੇ ਹੋਰ ਕਾਲਸ ਜਿਹੜੀਆਂ ਆਉਣ ਦੀ ਉਮੀਦ ਹੈਗੀ ਆ। ਹੈਸ਼ਟੈਗ ਇਸ ਸੰਬੰਧੀ ਪਹਿਲਾਂ ਹੀ ਚੱਲ ਚੁੱਕੇ ਆ। ਅਤੇ ਜਿਹੜਾ ਸੇਕ ਇੱਕ ਲਾਉਣ ਦੀ ਕੋਸ਼ਿਸ਼ ਕਿਸਾਨਾਂ ਨੇ ਕੀਤੀ ਸੀ ਕਿ ਇਹਨਾਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਥੋੜ੍ਹੀ ਜਿਹੀ ਅਕਲ ਆਵੇ, ਉਹ ਲੱਗਦਾ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ। ਅਤੇ ਅਗਲੀ ਖਬਰ ਵੱਲ ਵੱਧਦੇ ਹਾਂ, ਅਸੀਂ ਗੱਲ ਕਰਦੇ ਹਾਂ ਸਰਦਾਰ ਬਲਵੀਰ ਸਿੰਘ ਰਾਜੇਵਾਲ ਹੁਣਾਂ ਦੀ, ਜਿਨ੍ਹਾਂ ਦੇ ਇੱਕ ਬਿਆਨ ਨੇ ਪਿਛਲੇ ਤਕਰੀਬਨ 18-20 ਘੰਟਿਆਂ ਤੋਂ ਕਾਫੀ ਤਰਥੱਲੀ ਮਚਾਈ ਹੋਈ ਹੈ। ਸਰਦਾਰ ਬਲਵੀਰ ਸਿੰਘ ਰਾਜੇਵਾਲ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਇਸ ਸੰਘਰਸ਼ ਦੀ ਜਿਹੜੀ ਆ ਉਹ ਨੁਮਾਇੰਦਗੀ ਕਰ ਰਹੇ ਆ। ਕਿਸਾਨ ਯੂਨੀਅਨ ਦੇ ਨਾਲ ਉਹ ਤਕਰੀਬਨ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਜੁੜੇ ਰਹੇ ਆ। ਵੱਡਾ ਯੋਗਦਾਨ ਆ ਉਹਨਾਂ ਦੀਆਂ ਘਾਲਨਾਵਾਂ ਨੇ। ਪਰ ਉਹਨਾਂ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਕੁਝ ਅਜਿਹੇ ਲਫ਼ਜ਼ ਵਰਤੇ ਨੇ ਜਿਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਹਰਟ ਕੀਤਾ, ਭੜਕਾਈਆਂ ਨੇ। ਉਹ ਬੋਲਦਿਆਂ ਇਹ ਗੱਲ ਜਿਹੜੀ ਹੈ ਕਹਿ ਗਿਆ ਕਿ ਇਸ ਮੋਰਚੇ ਦੇ ਵਿੱਚੋਂ ਜਿਹੜੇ ਇਹ ਸਿੱਖੀ ਦੇ ਚਿੰਨ੍ਹ ਨੇ, ਨਿਸ਼ਾਨ ਸਾਹਿਬ ਨੇ, ਝੰਡੇ ਆ, ਇਹ ਜਿਹੜੇ ਹਟਾਉਣੇ ਚਾਹੀਦੇ ਆ। ਇਸ ਦੇ ਨਾਲ ਹੀ ਉਹਨਾਂ ਨੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਬੈਠੀਆਂ ਉਹਨਾਂ ਨੂੰ ਪਿੱਛੇ ਜਾਣ ਲਈ ਕਹਿ ਦਿੱਤਾ। ਰਵਨੀਤ ਬਿੱਟੂ ਦੀ ਗੱਲ ਕਰਦਿਆਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਜ਼ਾਲਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਉਹ ਤਾਰੀਫ ਕਰ ਗਏ। ਇਸ ਕਰਕੇ ਜਿਹੜੀਆਂ ਸਿੱਖ ਸਫਾ ਨੇ ਉਹਨਾਂ ਦੇ ਵਿੱਚ ਕਾਫੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਅਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਸਰਦਾਰ ਰਾਜੇਵਾਲ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਉਸ ਤੋਂ ਕੁਝ ਘੰਟੇ ਬਾਅਦ ਹੀ ਜਦੋਂ ਸਰਦਾਰ ਰਾਜੇਵਾਲ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਬੇਸ਼ੱਕ ਉਹਨਾਂ ਨੇ ਮਾफ़ੀ ਮੰਗ ਲਈ ਆ, ਪਰ ਫਿਰ ਵੀ ਜਿਹੜੀ ਇਹ ਚਰਚਾ ਆ ਉਹ ਹਾਲੇ ਵੀ ਜਾਰੀ ਹੈ। ਅਜਿਹਾ ਜਿਹੜੀ ਰਾਜੇਵਾਲ ਸਾਹਿਬ ਦੀ ਜਿਹੜੀ ਤਕਰੀਰ ਆ ਤੋਂ ਲੱਗਦਾ ਕਿ ਉਹਨਾਂ ਨੇ ਜੀ ਨਿਊਜ਼ ਦੇ ਹਵਾਲੇ ਦੇ ਨਾਲ ਇੱਕ ਗੱਲ ਕਰਦਿਆਂ ਕਿਹਾ, ਜੀ ਨਿਊਜ਼ ਦੇ ਸ਼ਾਇਦ ਦਬਾਅ ਦੇ ਵਿੱਚ ਕਿਹਾ, ਅਤੇ ਜਿਹੜੇ ਸਿੱਖਾਂ ਦੇ ਕੇਸਰੀ ਨਿਸ਼ਾਨ ਝੰਡੇ ਜਿਹੜੇ ਉੱਥੇ ਲੱਗੇ ਹੋਏ ਆ ਉਹਨੂੰ ਲਾਉਣ ਦੀ ਗੱਲ ਉਹਨਾਂ ਨੇ ਕੀਤੀ ਹੈ। ਪਰ ਕਿ ਖਾਲਿਸਤਾਨ ਦਾ ਭੁਲੇਖਾ ਪੈਂਦਾ ਜੀ ਉਹਨਾਂ ਨੂੰ। ਅਤੇ ਗੱਲ ਉਸ ਵਿੱਚ ਸੋਚਣ ਵਾਲੀ ਇਹ ਗੱਲ ਹੈ ਕਿ ਜੇ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ, ਕੇਸਰੀ ਨੀਲੇ ਝੰਡਿਆਂ ਦੇ ਨਾਲ ਖਾਲਿਸਤਾਨ ਦਾ ਭੁਲੇਖਾ ਜੀ ਨਿਊਜ਼ ਨੂੰ ਪੈਂਦਾ, ਤਾਂ ਜੀ ਨਿਊਜ਼ ਨੂੰ ਤਾਂ ਇਹ ਭੁਲੇਖਾ ਬਹੁਤ ਦਿਨ ਪਹਿਲਾਂ ਹੀ ਪੈ ਚੁੱਕਾ। ਜਦੋਂ ਇਹੋ ਜਿਹੀ ਕੋਈ ਗੱਲ ਨਹੀਂ ਵੀ ਸੀ ਉਦੋਂ ਵੀ ਉਹ ਖਾਲਿਸਤਾਨ ਦੇ ਉਲਟ ਬੋਲ ਚੁੱਕੇ ਆ। ਅੱਜ ਇਹ ਕੇਸਰੀ ਝੰਡਿਆਂ ਤੋਂ, ਨਿਸ਼ਾਨਾਂ ਤੋਂ ਉਹਨਾਂ ਨੂੰ ਖਾਲਿਸਤਾਨ ਦਾ ਖਤਰਾ ਪੈਦਾ ਹੋ ਰਿਹਾ। ਰਾਜੇਵਾਲ ਹੁਣੀ ਵੀ ਇਹ ਗੱਲ ਉਹਦੇ ਵਿੱਚ ਸਹਿਮਤੀ ਦੇ ਰਹੇ ਆ। ਕੱਲ੍ਹ ਨੂੰ ਤੁਹਾਡੀ ਦਸਤਾਰ ਜਿਹੜੀ ਸਜਾਈ ਹੋਈ ਆ ਉਸ ਨੂੰ ਕਹਿਣਗੇ ਕਿ ਸਾਨੂੰ ਇਹ ਤੋਂ ਖਾਲਿਸਤਾਨ ਦਾ ਭੁਲੇਖਾ ਪੈਂਦਾ। ਜੋ ਸ੍ਰੀ ਸਾਹਿਬ ਤੁਸੀਂ ਪਹਿਨੀ ਹੋਈ ਆ ਰਾਜੇਵਾਲ ਸਾਹਿਬ, ਉਹ ਤੋਂ ਇਹ ਕਹਿ ਸਕਦੇ ਆ ਕਿ ਸਾਨੂੰ ਖਾਲਿਸਤਾਨ ਦਾ ਭੁਲੇਖਾ ਪੈਂਦਾ। ਸੋ ਜਦੋਂ ਉਹਨਾਂ ਨੇ ਸੋਚਿਆ ਹੀ ਹੋਵੇ ਕਿ ਗੋਦੀ ਮੀਡੀਆ ਨੇ ਜਿਹੜਾ ਕਿਸਾਨ ਮੋਰਚੇ ਦੇ ਉਲਟ ਜਿਹੜਾ ਆ ਪ੍ਰਚਾਰ ਕਰਨਾ ਆ, ਇਹਦੇ ਵਿੱਚੋਂ ਜਿਹੜੀਆਂ ਗੱਲਾਂ ਲੱਭਣੀਆਂ ਆ, ਲੋਕਾਂ ਨੂੰ ਭੜਕਾਉਣਾ ਆ, ਅਤੇ ਤੁਸੀਂ ਉਹਨਾਂ ਨੂੰ ਜਿਹੜਾ ਆ ਖੁਸ਼ ਨਹੀਂ ਕਰ ਸਕਦੇ। ਇਹ ਜਿਹੜੇ ਕਿਸਾਨ ਨੇ, ਪੰਜਾਬੀ ਨੇ, ਇਹਨਾਂ ਨੇ ਤੁਹਾਨੂੰ ਦਿੱਲੀ ਦੇ ਉੱਤੇ ਦਬਾਅ ਪਾਉਣ ਦੇ ਲਈ ਚੁਣ ਕੇ ਭੇਜਿਆ, ਅੱਗੇ ਕੀਤਾ ਆ, ਨਾ ਕਿ ਉਹਨਾਂ ਦਾ ਦਬਾਅ ਕਬੂਲਣ ਦੇ ਵਾਸਤੇ। ਕਿਉਂਕਿ ਉੱਥੇ ਜਿਹੜੇ ਸ਼ਾਮਲ ਲੋਕ ਨੇ ਉਹ ਅੱਡ ਅੱਡ ਧਰਮਾਂ ਦੇ ਵਿਚਾਰਧਾਰਾਵਾਂ ਨਾਲ ਜੁੜੇ ਲੋਕ ਨੇ, ਜਿਹੜੇ ਕਿ ਆਪਣਾ ਧਰਮ ਨਾਲ ਲੈ ਕੇ ਚੱਲ ਰਹੇ ਆ, ਪਰ ਉਹਨਾਂ ਨੇ ਆਪਣੀ ਵਿਚਾਰਧਾਰਾ ਜਿਹੜੀ ਆ ਉਹ ਪਿੱਛੇ ਛੱਡ ਕੇ ਕਿਸਾਨੀ ਨੂੰ ਅੱਗੇ ਕੀਤਾ ਹੋਇਆ ਆ। ਸੋ ਇਸ ਕਰਕੇ ਕਿਸਾਨ ਆਗੂਆਂ ਦਾ ਵੀ ਇਹ ਫਰਜ਼ ਬਣਦਾ ਆ ਕਿ ਉਹ ਇਹੋ ਜਿਹੀ ਕੋਈ ਵੀ ਗੱਲ ਨਾ ਕਰਨ ਕਿ ਜਿਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ। ਕਿਉਂਕਿ ਜਿਹਨਾਂ ਨੂੰ ਤੁਸੀਂ ਸਫਾਈਆਂ ਦੇ ਰਹੇ ਉਹਨਾਂ ਨੂੰ ਪਤਾ ਚੰਗੀ ਤਰ੍ਹਾਂ ਕਿ ਇਸ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਹੀ ਕਦੀ ਉੜੀਸਾ 'ਚ, ਕਦੀ ਨੇਪਾਲ 'ਚ, ਕਦੀ ਮਹਾਰਾਸ਼ਟਰ ਦੇ ਵਿੱਚ ਅਤੇ ਕਿਤੇ ਹੋਰ ਲੰਗਰ ਲਾਏ ਜਾਂਦੇ ਆ। ਅਤੇ ਇਹਦਾ ਕੇਸਰੀ ਨਿਸ਼ਾਨ ਸਾਹਿਬ ਹੋਣ ਦਾ ਮਤਲਬ ਜਿਹੜਾ ਉਹ ਕੀ ਹੁੰਦਾ ਆ। ਸੋ ਜਿਹੜੀਆਂ ਤੁਹਾਡੀਆਂ ਸਫਾਈਆਂ ਉਹਨਾਂ ਨੂੰ ਕਾਇਲ ਨਹੀਂ ਕਰ ਸਕਦੀਆਂ। ਤੁਹਾਨੂੰ ਇੱਕ ਉਦਾਹਰਨ ਇੱਥੇ ਦੇਖਣੀ ਚਾਹੁੰਦਾ ਰਾਜੇਵਾਲ ਸਾਹਿਬ, ਕਿ ਤੁਹਾਨੂੰ ਯਾਦ ਹੋਣਾ ਕਿ ਦਿੱਲੀ ਦੇ ਵਿੱਚ ਕੌਮੀ ਨਾਗਰਿਕਤਾ ਬਿੱਲ ਦੇ ਵਿਰੁੱਧ ਵਿੱਚ ਜਿਹੜੀਆਂ ਮੁਸਲਮਾਨ ਜਥੇਬੰਦੀਆਂ ਉਹਨਾਂ ਨੇ ਬਹੁਤ ਵੱਡੇ ਮੁਜ਼ਾਹਰੇ ਲਿਖੇ ਸੀਗੇ। ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਸ਼ਾਮਲ ਹੋਏ ਅਤੇ ਉਹਨਾਂ ਦੇ ਉੱਤੇ ਵੀ ਇਹ ਇਹੋ ਜਿਹਾ ਹੀ ਦੋਸ਼ ਲਾ ਰਹੇ ਸੀਗੇ ਕਿ ਤੁਸੀਂ ਗਦਾਰ ਹੋ, ਤੁਸੀਂ ਪਾਕਿਸਤਾਨੀ ਹੋ, ਤੁਸੀਂ ਘੁਸਪੈਠੀਏ ਹੋ, ਦੇਸ਼ ਧਰੋਹੀ ਹੋ। ਅਤੇ ਉਹਨਾਂ ਵਿਚਾਰਿਆਂ ਨੇ ਆਪਣੀਆਂ ਪਿੱਠਾਂ ਦੇ ਉੱਤੇ ਤਿਰੰਗੇ ਝੰਡੇ ਬੰਨ੍ਹੇ ਹੋਏ ਸੀ। ਉਹਨਾਂ ਦੀਆਂ ਬੀਬੀਆਂ ਨੇ ਆਪਣੇ ਮੂੰਹਾਂ ਦੇ ਉੱਤੇ ਤਿਰੰਗੇ ਝੰਡੇ ਬੰਨ੍ਹੇ ਹੋਏ ਸੀ ਅਤੇ ਉਹ ਵਾਰ-ਵਾਰ ਮੀਡੀਆ ਦੇ ਸਾਹਮਣੇ ਇਹੀ ਕਹਿੰਦੇ ਸੀਗੇ ਕਿ ਅਸੀਂ ਦੇਸ਼ ਭਗਤ ਹਾਂ, ਸਾਡੇ ਲਈ ਭਾਰਤ ਪਹਿਲਾ ਆ, ਸਾਡੇ ਲਈ ਤਿਰੰਗਾ ਪਹਿਲਾ ਆ। ਪਰ ਫਿਰ ਵੀ ਉਹਨਾਂ ਦੀ ਕੋਈ ਵੀ ਗੱਲ ਜਿਹੜੀ ਆ ਗੌਲੀ ਨਹੀਂ ਗਈ, ਕਿਉਂਕਿ ਜਦੋਂ ਬਘਿਆੜ ਨੇ ਲੇਲਾ ਖਾਣਾ ਤੱਕਿਆ ਹੋਵੇ ਫਿਰ ਉਹ ਲੇਲੇ ਦੀਆਂ ਦਲੀਲਾਂ ਦਾ ਕਾਇਲ ਨਹੀਂ ਹੁੰਦਾ। ਸੋ ਇਹੀ ਗੱਲ ਸਿੱਖਾਂ ਦੇ ਮਾਮਲੇ ਵਿੱਚ ਵੀ ਸਮਝਣ ਦੀ ਲੋੜ ਆ ਕਿ ਜਿਵੇਂ ਉਹਨਾਂ ਨੂੰ ਤਿਰੰਗੇ ਦੇ ਭਗਤ ਹੋਣ ਦੇ ਬਾਵਜੂਦ, ਸਾਰਾ ਕੁਛ ਮੰਨਣ ਦੇ ਬਾਵਜੂਦ ਜਿਹੜਾ ਦਿੱਲੀ ਦੀਆਂ ਸੜਕਾਂ ਦੇ ਵਿੱਚ ਕੁੱਟਿਆ ਘੜੀਸਿਆ ਗਿਆ,
ਉਹਨਾਂ ਦਾ ਮੋਰਚਾ ਜਿਹੜਾ ਖਰਾਬ ਕੀਤਾ ਗਿਆ, ਉਲਟਾ ਉਹਨਾਂ ਦੇ ਉੱਤੇ ਜਿਹੜੇ ਆ ਪੁਲਿਸ ਵੱਲੋਂ ਦੋਸ਼ ਵੀ ਲਾਏ ਗਏ। ਸੋ ਉਹ ਕੁਛ ਸਾਡੇ ਨਾਲ ਵੀ ਹੋ ਸਕਦਾ। ਤੁਸੀਂ ਜਿੰਨੀਆਂ ਮਰਜ਼ੀ ਸਫਾਈਆਂ ਦੇਈ ਚੱਲੋ, ਇਹ ਵਫਾਦਾਰੀਆਂ ਜਾਂ ਸਫਾਈਆਂ ਦੇਣ ਦੇ ਨਾਲ ਗੋਦੀ ਮੀਡੀਆ ਨੇ ਤੁਹਾਡੀ ਗੱਲ ਜਿਹੜੀ ਆ ਕਰਨ ਨਹੀਂ ਲੱਗਣਾ। ਤੁਹਾਨੂੰ ਇਹ ਸਫਾਈਆਂ ਦੇਣ ਦੀ ਲੋੜ ਨਹੀਂ। ਅਤੇ ਜਿਹੜੀ ਗੱਲ ਨੀਲੇ ਪੀਲੇ ਨਿਸ਼ਾਨ ਸਾਹਿਬਾਂ ਦੀ ਹੋ ਰਹੀ ਆ, ਇਹਨਾਂ ਨੂੰ ਸਿਰ ਝੁਕਾ ਕੇ ਹੀ ਜਿਹੜੀਆਂ ਪੰਜਾਬੀ ਆ ਜਿਨ੍ਹਾਂ 'ਚ ਵੱਡੀ ਗਿਣਤੀ ਸਿੱਖ ਹੈਗੇ ਆ, ਉਹ ਦਿੱਲੀ ਵੱਲ ਉਹਨਾਂ ਨੇ ਕੂਚ ਕੀਤਾ ਸੀਗਾ। ਰਾਹ ਦੇ ਵਿੱਚੋਂ ਜਿਹੜੀਆਂ ਸਾਰੀਆਂ ਰੋਕਾਂ ਹਟਾਈਆਂ ਸੀਗੀਆਂ। ਅਤੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਜ਼ਮੀਨ ਆਪਾਂ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ, ਇਹ ਜਦੋਂ ਮੁਗਲਾਂ ਦੇ ਰਾਜ ਦੇ ਵਿੱਚ ਸਾਰੇ ਮੁਜ਼ਾਹਰੇ ਸੀ, ਜ਼ਮੀਨਾਂ ਨਹੀਂ ਸੀ, ਤਾਂ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ ਇਸੇ ਚਿੰਨ੍ਹ ਦੇ ਹੇਠ ਜਿਹੜੀਆਂ ਉਹ ਜ਼ਮੀਨਾਂ ਮੁਜ਼ਾਹਰਿਆਂ ਦੇ ਵਿੱਚ ਵੰਡੀਆਂ ਸੀਗੀਆਂ, ਜਿਹੜੇ ਕਿ ਅੱਜ ਜ਼ਿਮੀਂਦਾਰ ਅਖਵਾਉਂਦੇ ਆ। ਸੋ ਜੇ ਦੁਸ਼ਮਣ ਨੂੰ ਕੇਸਰੀ ਝੰਡੇ ਤੋਂ ਡਰ ਲੱਗਦਾ ਤਾਂ ਇਹ ਬਹੁਤ ਚੰਗੀ ਗੱਲ ਹੈ ਦੁਸ਼ਮਣ ਦੇ ਵਾਸਤੇ, ਸਾਡੇ ਲਈ ਚੰਗੀ ਗੱਲ ਆ, ਕਿਉਂਕਿ ਸਾਨੂੰ ਇਹ ਤੋਂ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਅਸੀਂ ਇੱਥੇ ਉਹਨਾਂ ਨੂੰ ਡਰਾਉਣ ਅਤੇ ਹਰਾਉਣ ਹੀ ਆਏ ਹਾਂ, ਆਪਣੀਆਂ ਮੰਗਾਂ ਮਨਵਾਉਣ ਆਏ ਹੋਏ ਹਾਂ। ਅਸੀਂ ਉੱਥੇ ਦਿੱਲੀ ਉਹਨਾਂ ਦੇ ਰੂਲਾਂ ਅਸੂਲਾਂ ਦੇ ਮੁਤਾਬਕ ਖੇਲਣ ਨਹੀਂ ਆਏ। ਸੋ ਇਸ ਕਰਕੇ ਤੁਹਾਨੂੰ ਆਪਣੀ ਜਿਹੜੀ ਰਣਨੀਤੀ ਆ ਉਹ ਅਪਣਾਉਣੀ ਚਾਹੀਦੀ ਹੈ, ਨਾ ਕਿ ਅਜਿਹੇ ਕਿਸੇ ਗੋਦੀ ਮੀਡੀਆ ਦੇ ਦਬਾਅ ਹੇਠ ਆ ਕੇ ਅਜਿਹੀਆਂ ਗੱਲਾਂ ਕਰਨੀਆਂ ਚਾਹੀਦੀਆਂ। ਖੈਰ, ਰਾਜੇਵਾਲ ਸਾਹਿਬ ਬਹੁਤ ਹੀ ਸੁਲਝੇ ਹੋਏ ਆਗੂ ਨੇ, ਸਿਆਣੇ ਆਗੂ ਨੇ, ਉਹ ਸਾਰੀ ਗੱਲ ਸਮਝਦੇ ਆ। ਅਤੇ ਉਹਨਾਂ ਨੇ ਕੁਝ ਹੀ ਘੰਟਿਆਂ ਬਾਅਦ ਜਿਹੜੇ ਆ ਆਪਣੇ ਬਿਆਨ ਤੋਂ ਵਿੱਚ ਕਹੇ ਉਹ ਸ਼ਬਦ ਵਾਪਸ ਲਏ, ਮਾफ़ੀ ਮੰਗ ਲਈ। ਸੋ ਇਹ ਗੱਲ ਬਹੁਤ ਚੰਗੀ ਹੋਈ ਆ ਕਿ ਇਸ ਦਾ ਨਿਬੇੜਾ ਹੋ ਗਿਆ। ਸੋ ਕਿਸਾਨ ਆਗੂਆਂ ਨੂੰ ਹੁਣ ਅਗਲਾ ਪ੍ਰੋਗਰਾਮ ਜਿਹੜਾ ਆ ਉਹ ਦੇਣਾ ਪੈਣਾ। ਜੇ ਉਹ ਅਗਲਾ ਪ੍ਰੋਗਰਾਮ ਜਿਹੜੇ ਉੱਥੇ ਮੌਜੂਦ ਲੋਕ ਹਨ ਉਹਨੂੰ ਨਹੀਂ ਦਿੰਦੇ, ਤਾਂ ਇਸ ਤਰ੍ਹਾਂ ਰੋਜ਼ ਹੀ ਸਟੇਜ ਤੋਂ ਕੋਈ ਨਾ ਕੋਈ ਗੱਲ ਹੋਇਆ ਕਰਨੀ ਆ, ਕਿਸੇ ਨਾ ਕਿਸੇ ਆਗੂ ਨੇ ਕੋਈ ਗਲਤ ਗੱਲ ਕਹਿ ਦਿਆ ਕਰਨੀ ਆ। ਅਤੇ ਉਸ ਦੇ ਬਾਅਦ ਦੇ ਵਿੱਚ ਫਿਰ ਸਾਰੀ ਊਰਜਾ ਜਿਹੜੀ ਆ, ਐਨਰਜੀ ਆ, ਇਸੇ ਪਾਸੇ ਕਦੀ ਸਫਾਈਆਂ ਦਿੰਦੇ ਆ ਅਤੇ ਕਦੀ ਮਾਫੀਆਂ ਮੰਗਦੇ ਜਿਹੜੀ ਆ ਉਹ ਲੰਘ ਜਾਇਆ ਕਰਨੀ ਆ। ਕਿਸਾਨ ਸੰਘਰਸ਼ ਨੂੰ ਫੇਲ ਕਰਨ ਦੇ ਵਾਸਤੇ ਸਰਕਾਰ ਵੱਲੋਂ ਬੜੇ ਯਤਨ ਜਾਰੀ ਹੈਗੇ ਆ, ਜਿਹਦੇ ਵਿੱਚ ਪਹਿਲਾਂ ਤਾਂ ਵੀਕਐਂਡ ਦੇ ਉੱਤੇ ਅਮਿਤ ਸ਼ਾਹ, ਖੇਤੀ ਮੰਤਰੀ ਤੋਮਰ ਅਤੇ ਗ੍ਰਹਿ ਸਕੱਤਰ, ਮੁੱਖ ਸਕੱਤਰ ਦੀ ਮੀਟਿੰਗ ਜਿਹੜੀ ਅਮਿਤ ਸ਼ਾਹ ਦੇ ਘਰ ਹੋਈ ਆ, ਉਸ ਦੀ ਜਾਣਕਾਰੀ ਹਾਲੇ ਬਾਹਰ ਨਹੀਂ ਆ ਸਕੀ ਕਿ ਇਹ ਜਿਹੜੀ ਆ ਮੰਗਾਂ ਮੰਨਣ ਵਾਸਤੇ ਮੀਟਿੰਗ ਹੋਈ ਆ ਜਾਂ ਕਿਸਾਨ ਮੋਰਚੇ ਨੂੰ ਤਾਰ ਪੀਡੋ ਕਰਨ ਦੇ ਵਾਸਤੇ ਅਗਲੀ ਰਣਨੀਤੀ ਜਿਹੜੀ ਆ ਉਹ ਲਿਖੀ ਗਈ ਆ। ਇੱਕ ਪਾਸੇ ਜਦੋਂ ਦਿੱਲੀ ਦੇ ਵਿੱਚ ਕਿਸਾਨ ਮੋਰਚੇ ਗੱਡ ਕੇ ਬੈਠੇ ਆ, ਪੰਜਾਬ ਦੇ ਵਿੱਚ ਵੀ ਉਹਨਾਂ ਨੇ ਕਾਫੀ ਜਿਹੜੇ ਧਰਨੇ ਵੀਕਐਂਡ ਦੇ ਉੱਤੇ ਲਾਏ ਆ, ਅਤੇ ਦੂਜੇ ਪਾਸੇ ਭਾਰਤ ਸਰਕਾਰ ਨੇ ਕਿਸਾਨੀ ਬਿੱਲਾਂ ਨੂੰ ਸਹੀ ਠਹਿਰਾਉਣ ਦੇ ਉੱਤੇ ਵੀ ਪੈਸਾ ਖਰਚਣਾ ਸ਼ੁਰੂ ਕਰ ਦਿੱਤਾ, ਜਿਸ ਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਪੰਜਾਬ ਦੇ ਸਾਰੇ ਹੀ ਲਗਭਗ ਪ੍ਰਮੁੱਖ ਅਖਬਾਰਾਂ ਦੇ ਵਿੱਚ ਵੱਡੇ ਜਿਹੜੇ ਇਸ਼ਤਿਹਾਰ ਆ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਕਿ ਕਿਸਾਨੀ ਬਿੱਲ ਜਿਹੜੇ ਆ ਉਹ ਸਹੀ ਆ। ਕੁਝ ਲੋਕ ਜਿਹੜੇ ਆ ਇਹਨਾਂ ਨੂੰ ਗਲਤ ਕਹਿ ਕੇ ਆਮ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ। ਸੋ ਪੰਜਾਬ ਦੇ ਅਖਬਾਰਾਂ ਦੇ ਮਾਲਕਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਕਿ ਉਹ ਇਸ ਵੇਲੇ ਕਿੱਧਰ ਖੜ੍ਹੇ ਆ, ਕਿਸਾਨੀ ਵੱਲ ਖੜ੍ਹੇ ਆ ਜਾਂ ਸਰਕਾਰੀ ਪ੍ਰਚਾਰ ਵੱਲ ਖੜ੍ਹੇ ਆ। ਇਸ ਦੇ ਨਾਲ ਹੀ 2 ਕਰੋੜ ਦੇ ਕਰੀਬ ਈਮੇਲਸ ਜਿਹੜੀਆਂ ਆ ਭਾਰਤੀ ਰੇਲਵੇ ਦੇ ਇੱਕ ਵਿਭਾਗ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਡਾਟਾਬੇਸ ਰਾਹੀਂ, ਜਿਹੜੀਆਂ ਕਿ ਬਹੁਤੀ ਕਰਕੇ ਸਿੱਖਾਂ ਨੂੰ ਪਹੁੰਚੀਆਂ, ਜਿਹਦੇ ਵਿੱਚ ਇੱਕ 44 ਪੇਜਾਂ ਦਾ ਕਿਤਾਬਚਾ ਆ, ਜਿਹਦੇ ਵਿੱਚ ਮੋਦੀ ਦਾ ਗੁਣਗਾਨ ਕੀਤਾ ਗਿਆ ਹੈ। ਉਹ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਹੈ ਕਿ ਮੋਦੀ ਸਿੱਖਾਂ ਦੇ ਨੇੜੇ ਕਿਵੇਂ ਆ, ਮੋਦੀ ਸਰਕਾਰ ਨੇ ਸਿੱਖਾਂ ਲਈ ਕੀ ਕੀਤਾ। ਸੋ ਸਰਕਾਰ ਜਿਹੜੀ ਹੈ ਪੂਰੇ ਸਾਮ ਦਮ ਦੰਡ ਭੇਦ ਵਰਤ ਕੇ ਲੋਕਾਂ ਨੂੰ ਤੁਹਾਡੇ ਨਾਲ ਤੋੜਨ ਦੇ ਵਿੱਚ ਲੱਗੀ ਹੋਈ ਆ। ਉਹ ਪੂਰੀਆਂ ਕੋਸ਼ਿਸ਼ਾਂ ਜਿਹੜੀਆਂ ਆ ਨਿਰੰਤਰ ਜਾਰੀ ਹੈ। ਪਰ ਇਸ ਸਾਰੇ ਕੁਛ ਦੇ ਬਾਵਜੂਦ ਵੀ ਜਿਹੜੀ ਇੱਕ ਡੈਡਲੌਕ ਬਣਿਆ ਹੋਇਆ, ਲੋਕ ਜਿਹੜੇ ਆ ਕਿਸਾਨ ਮੋਰਚੇ 'ਚ ਬੈਠੇ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਉਹ ਕਿਸਾਨ ਆਗੂਆਂ ਦੇ ਮੂੰਹਾਂ ਵੱਲ ਦੇਖ ਰਹੇ ਆ ਕਿ ਇਸ ਤੋਂ ਅੱਗੇ ਜਿਹੜਾ ਪ੍ਰੋਗਰਾਮ ਆ ਉਹ ਕੀ ਦਿੱਤਾ ਜਾਏ। ਪਰ ਹਾਲੇ ਤੱਕ ਜਿਹੜਾ ਪ੍ਰੋਗਰਾਮ ਆ ਕੋਈ ਕਿਸਾਨ ਆਗੂਆਂ ਵੱਲੋਂ ਦਿੱਤਾ ਨਹੀਂ ਜਾ ਰਿਹਾ। ਉਹਨਾਂ ਨੂੰ ਇਸ ਵੱਲ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ। ਲੋਕ ਜਿਹੜੇ ਆ ਉਹ ਹਾਲੇ ਵੀ ਟਰੈਕਟਰਾਂ ਟਰਾਲੀਆਂ ਦੇ ਵਿੱਚ ਪਹੁੰਚ ਰਹੇ ਆ। ਇੱਥੋਂ ਤੱਕ ਕਿ ਕੁਝ ਲੋਕ ਜਿਹੜੇ ਮੋਟਰਸਾਈਕਲ ਸਕੂਟਰਾਂ 'ਤੇ ਵੀ ਆਏ ਆ। ਜਗਰਾਵਾਂ ਤੋਂ ਇੱਕ ਬਜ਼ੁਰਗ ਜਿਹੜੇ ਆ ਉਹ ਦਿੱਲੀ ਨੂੰ ਸਾਈਕਲ 'ਤੇ ਉਹਨਾਂ ਨੇ ਚਾਲੇ ਪਾਏ ਹੋਏ ਆ। ਲਿਆਓ ਤੁਹਾਨੂੰ ਦਿਖਾਉਂਦੇ ਆ ਉਹਨਾਂ ਬਜ਼ੁਰਗਾਂ ਦੀ ਇੱਕ ਝਲਕ। ਉਹ ਸੰਗਤ ਜੀ ਆ ਦੇਖੋ ਬਜ਼ੁਰਗ ਸਾਈਕਲ ਤੇ ਹੀ ਆ ਰਹੇ ਆ। ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਬਾਬਾ ਜੀ ਪਹਿਲੇ ਆਪਣਾ ਨਾਮ ਦੱਸੋ, ਕੀ ਨਾਮ ਆ? ਗਰਨਾਲ ਸਿੰਘ। ਕਿਹੜਾ ਪਿੰਡ ਬਾਬੀ ਆਪਣਾ? ਪਿੰਡ ਜਗਰਾਉਂ ਕੋਲ ਕੋਨਾ ਜੀ। ਜਗਰਾਉਂ ਤੋਂ ਆਏ ਹੋ ਸਾਈਕਲ ਤੇ ਹੀ? ਸਾਈਕਲ ਦੇ ਵਿੱਚ ਬਾਬਾ ਜੀ ਕਦੋਂ ਚੱਲੇ ਸੀ? ਕੱਲ੍ਹ ਚੱਲੇ। ਕੱਲ੍ਹ ਚੱਲੇ ਹੋ? ਧੰਨ ਆ ਬਾਬਾ ਨਾਨਕ, ਧੰਨ ਤੁਹਾਡੇ ਸਿੱਖ। ਜਗਰਾਉਂ ਤੋਂ ਆ ਰਹੇ ਆ ਜੀ ਸਾਈਕਲ ਤੇ। ਵੇਖੋ ਖਾਲਸਾ ਜੀ, ਇਹੋ ਜਿਹੇ ਗੁਰਸਿੱਖ ਪਿਆਰੇ ਚੜ੍ਹਦੀ ਕਲਾ ਵਾਲੇ ਜਦੋਂ ਹੋਣ ਸਾਡੇ ਨਾਲ। ਨਹੀਂ ਬਾਬਾ ਜੀ ਨਹੀਂ ਪੀਓ ਚਾਹ ਆਪਣਾ। ਆ ਜਾਓ ਬਾਬਾ ਜੀ, ਜੂਸ ਪੀਣੇ ਆ ਜਾਓ, ਤੁਹਾਨੂੰ ਜੂਸ ਪਿਲਾਈ ਆ ਜਾਓ। ਨਹੀਂ ਆਓ ਬਾਬਾ ਜੀ, ਆਓ ਜੂਸ ਪੀਣੇ ਆ ਜਾਓ। ਲਾਓ ਬਾਈ ਸਾਈਡ ਤੇ ਲਾਓ, ਬਾਈ ਗੱਡ ਲਾਓ ਸਾਈਡ ਤੇ ਲਾਓ ਉੱਥੇ ਬਾਬਾ ਜੀ ਦਾ। ਦੇਖੋ ਸੰਗਤ ਜੀ, ਇਹੋ ਜਿਹੇ ਗੁਰਮੁਖ ਪਿਆਰੇ ਆ। ਜਗਰਾਉਂ ਤੋਂ ਚੱਲੇ ਜੇ 2 ਦਿਨ ਹੋ ਗਏ, ਅੱਜ ਦੂਜਾ ਦਿਨ ਆ ਤੇ ਦਿੱਲੀ ਨੂੰ ਚਾਲੇ ਪਾ ਰਹੇ ਆ। ਤੇ ਦੇਖੋ ਸਰੀਰ ਵੀ ਭਾਰਾ ਤੇ ਸਾਈਕਲ ਤੇ ਹੀ ਘਰੋਂ ਨਿਕਲੇ ਆ। ਸੋ ਜਿਹੜੇ ਮੇਰੇ ਵੀਰ ਘਰ ਬੈਠੇ ਨਾ ਯਾਰ, ਇਹੋ ਜਿਹੇ ਬਜ਼ੁਰਗਾਂ ਨੂੰ ਦੇਖ ਕੇ ਨਾ ਯਾਰ ਜ਼ਰੂਰ ਆਪਣੇ ਘਰੋਂ ਨਿਕਲੋ ਜਿੰਨੇ ਜੋਗੇ ਹੈਗੇ ਹੋ।
ਜੇ ਜ਼ਮੀਨ ਹੀ ਤਾਂ ਜਗੀਰ ਜਿਹੜੀ ਆਪਣੀ ਜ਼ਮੀਰ ਤੇ ਜਾਗਦੀ ਨਾ ਯਾਰ, ਜ਼ਮੀਰ ਆਪਣੀ ਜਗਾਓ। ਅਜਿਹੇ ਬਜ਼ੁਰਗ ਦੇਖੋ ਜਗਰਾਓਂ ਤੋਂ ਆਏ 2 ਦਿਨ ਤੇ ਸਾਈਕਲ ਤੇ ਹੀ, ਤੇ ਕਿਉਂ ਨਾ ਮੋਰਚਾ ਫਤਿਹ ਹੋਊਗਾ ਬਾਬੇ, ਉਹ ਜ਼ਰੂਰ। ਸੋ ਇਹ ਸੀ ਜਗਰਾਵਾਂ ਤੋਂ ਸਾਈਕਲ ਤੇ ਚੱਲੇ ਹੋਏ ਬਜ਼ੁਰਗ ਪੰਜਾਬੀ ਜਿਹੜੀ ਕਿ ਦਿੱਲੀ ਮੋਰਚੇ 'ਚ ਪਹੁੰਚਣ ਲਈ ਯਤਨਸ਼ੀਲ ਆ। ਕਿਸਾਨ ਆਗੂਆਂ ਨੂੰ ਅਜਿਹੇ ਪੰਜਾਬੀਆਂ ਦੀ ਜਿਹੜੀ ਦ੍ਰਿੜਤਾ ਆ, ਜਜ਼ਬਾ ਆ, ਉਹ ਤੋਂ ਸੇਧ ਲੈਣ ਦੀ ਲੋੜ ਆ। ਇਸ ਵੇਲੇ ਪੂਰੇ ਜਿਹੜੇ ਜਿੰਨੇ ਵੀ ਪੰਜਾਬੀ ਬਾਹਰਲੇ ਮੁਲਕਾਂ ਵਿੱਚ ਵਸ ਰਹੇ ਆ, ਉਹ ਸੋਸ਼ਲ ਮੀਡੀਆ ਜ਼ਰੀਏ ਹੀ ਹੁਣ ਗੱਲਾਂ ਬਾਤਾਂ ਕਰ ਰਹੇ ਆ ਕਿ ਅਗਾਂਹ ਕੀ ਹੋਣਾ ਚਾਹੀਦਾ। ਅਤੇ ਉਹਦੇ ਜਿਹੜੀ ਮੁੱਖ ਰੂਪ ਦੇ ਵਿੱਚ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਉਹ ਇਹੀ ਆ ਕਿ ਇਸ ਵੇਲੇ ਜਿਹੜੇ ਕਿਸਾਨ ਮੋਰਚਿਆਂ ਦੇ ਉੱਤੇ ਅੱਡ ਅੱਡ ਕਿਸਾਨ ਬੈਠੇ ਆ, ਉਹਨਾਂ ਵਿੱਚ ਵੱਡੀ ਗਿਣਤੀ ਜਿਹੜੀ ਆ ਪੰਜਾਬ ਅਤੇ ਹਰਿਆਣਾ ਦੀ ਕਿਸਾਨੀ ਦੀ ਆ। ਅਤੇ ਬੇਸ਼ੱਕ ਯੂਪੀ ਤੋਂ, ਮੱਧ ਪ੍ਰਦੇਸ਼ ਤੋਂ ਅਤੇ ਹੋਰ ਸੂਬਿਆਂ ਤੋਂ, ਰਾਜਸਥਾਨ ਵਗੈਰਾ ਤੋਂ ਕਿਸਾਨ ਆਏ ਆ, ਪਰ ਉਹਨਾਂ ਦੀ ਗਿਣਤੀ ਬਹੁਤ ਥੋੜ੍ਹੀ ਆ। ਉਹਨਾਂ ਦਾ ਕਦਮ ਕਦਮ ਚੱਲਿਆ ਲੇਖੇ ਆ। ਉਹ ਜਿੰਨੇ ਵੀ ਆਏ ਆ ਉਹ ਸਾਡੇ ਸਿਰ ਮੱਥੇ ਆ ਸਾਰਿਆਂ ਦੇ। ਪਰ ਇਹਦੇ ਵਿੱਚ ਕਿਤੇ ਨਾ ਕਿਤੇ ਗੱਲ ਇਹ ਜ਼ਰੂਰ ਹੈਗੀ ਆ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜਿਹੜੇ ਆ ਮੋਹਰੀ ਭੂਮਿਕਾ ਨਿਭਾ ਰਹੇ ਆ, ਅਤੇ ਇਹੀ ਕਿਸਾਨ ਜਥੇਬੰਦੀਆਂ ਦੀ ਮੁੱਖ ਤਾਕਤ ਆ। ਇਹਨਾਂ ਵੱਲ ਦੇਖ ਕੇ ਜਿਹੜਾ ਅਗਾਂਹ ਦਾ ਭਵਿੱਖ ਜਿਹੜਾ ਉਹ ਸਿਰਜਿਆ ਜਾਵੇ, ਰਣਨੀਤੀ ਘੜੀ ਜਾਵੇ, ਤਾਂ ਕਿ ਕਿਸੇ ਪੋਜ਼ਿਟਿਵ ਪਾਸੇ ਵੱਲ ਜਿਹੜੀ ਇਹ ਗੱਲ ਉਹ ਤੁਰ ਸਕੇ, ਜਿਹੜਾ ਡੈੱਡਲੌਕ ਬਣਿਆ ਹੋਇਆ ਇਹ ਟੁੱਟ ਸਕੇ। ਇਹ ਵੀ ਕਿਤੇ ਨਾ ਕਿਤੇ ਗੱਲ ਚੱਲ ਰਹੀ ਆ ਕਿ ਕਿਸਾਨ ਜਥੇਬੰਦੀਆਂ ਦੀ ਗਿਣਤੀ ਜਿਹੜੀ ਵੱਧਦੀ ਜਾ ਰਹੀ ਹੈ, ਇੱਕ ਚਿੰਤਾ ਦਾ ਵਿਸ਼ਾ ਆ। 30 ਤੋਂ 32 ਤੋਂ 40 ਜਥੇਬੰਦੀਆਂ ਹੋ ਜਾਣੀਆਂ। ਇਸ ਦੇ ਵਿੱਚ ਬਾਹਰਲੀਆਂ ਜਥੇਬੰਦੀਆਂ ਐਡ ਹੋ ਰਹੀਆਂ। ਕਿਤੇ ਇਹ ਨਾ ਹੋਵੇ ਵੀ ਜਥੇਬੰਦੀਆਂ 50-60 ਹੋ ਜਾਣ ਅਤੇ ਵਿੱਚ ਬਾਹਰਲੀਆਂ ਜਥੇਬੰਦੀਆਂ ਇੰਨੀਆਂ ਹੋ ਜਾਣ ਕਿ ਮਗਰ ਬੰਦੇ ਇੰਨੇ ਨਾ ਹੋਣ, ਅਤੇ ਫਿਰ ਉਹ ਜਥੇਬੰਦੀਆਂ ਜਿਹੜੀਆਂ ਸਰਕਾਰ ਖਰੀਦ ਕੇ ਤੁਹਾਨੂੰ ਹੀ ਅੱਧ ਵਿੱਚ ਪਾੜ ਕੇ ਅੱਧੀਆਂ ਜਥੇਬੰਦੀਆਂ ਤੋਂ ਕਹਾ ਦੇਵੇ ਕਿ ਸਾਨੂੰ ਫਲਾਣੀਆਂ ਸੌਦਾ ਮਨਜ਼ੂਰ ਆ। ਸੋ ਇਹਨਾਂ ਸਾਰੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਆ। ਜਿੰਨੇ ਵੀ ਪੰਜਾਬੀ ਆ ਉਹਨਾਂ ਦੀ ਸਾਰੀ ਜਿਹੜੀ ਆਸ ਇਸ ਵੇਲੇ ਕਿਸਾਨ ਜਥੇਬੰਦੀਆਂ ਅਤੇ ਆਗੂਆਂ 'ਤੇ ਆ ਕਿ ਉਹ ਕੀ ਰਣਨੀਤੀ ਜਿਹੜੀ ਆ ਉਹ ਘੜਦੇ ਆ। ਸਾਰੀਆਂ ਆਸਾਂ ਉਹਨਾਂ ਵੱਲ ਆ। ਅਤੇ ਇੱਕ ਬੇਨਤੀ ਜਿਹੜੀ ਬਾਹਰਲੇ ਪ੍ਰਵਾਸੀ ਪੰਜਾਬੀਆਂ ਵੱਲੋਂ ਅੱਜ ਕੀਤੀ ਜਾ ਰਹੀ ਆ ਕਿ ਜੇ ਕੁਛ ਬੋਲਣ ਨੂੰ ਨਹੀਂ ਹੈਗਾ ਤਾਂ ਜ਼ਰੂਰੀ ਨਹੀਂ ਸਟੇਜ ਦੇ ਉੱਤੇ ਜਿਹੜੇ ਬਿਆਨ ਦਿੱਤੇ ਜਾਣ। ਚੁੱਪ ਰਹਿ ਕੇ ਵੀ ਸਾਰਿਆ ਜਾ ਸਕਦਾ ਆ, ਕਿਉਂਕਿ ਜਿੰਨਾ ਜ਼ਿਆਦਾ ਬੋਲ ਰਹੇ ਆ ਉਨੀਆਂ ਗਲਤੀਆਂ ਕਰ ਰਹੇ ਆ, ਉਨੀ ਆਪਸ ਵਿੱਚ ਕਲੇਸ਼ ਜਿਹੜਾ ਜ਼ਿਆਦਾ ਪੈਦਾ ਹੋ ਰਿਹਾ ਆ, ਅਤੇ ਕਿਸਾਨ ਮੋਰਚੇ ਵੱਲ ਨੂੰ ਨਹੀਂ ਵਧਿਆ ਜਾ ਰਿਹਾ। ਇਸ ਦੇ ਨਾਲ ਹੀ ਇੱਥੇ ਅੱਜ ਦਾ ਪ੍ਰੋਗਰਾਮ ਸਮਾਪਤ ਕਰਦੇ ਹਾਂ। ਨਵੇਂ ਇੱਕ ਅੰਦਾਜ਼ ਦੇ ਵਿੱਚ ਨਵੇਂ ਫਾਰਮੈਟ 'ਚ ਪ੍ਰੋਗਰਾਮ ਪੇਸ਼ ਕੀਤਾ। ਤੁਹਾਨੂੰ ਪਸੰਦ ਆਇਆ, ਕੀ ਗਲਤੀਆਂ ਜ਼ਰੂਰ ਦੱਸਣਾ ਤਾਂ ਕਿ ਹੋਰ ਸੁਧਾਰ ਹੋ ਸਕੇ। ਇੱਕ ਵਾਰੀ ਸਾਰੇ ਹੀ ਰੱਬ ਦੇ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। The Sahura Show is brought to you by Mahindra Jewelers and Fibertech.